ਗੁਰੂ ਪਿਆਰਿਓ, ਤੁਹਾਡਾ ਅੱਜ ਦਾ ਮੈਂ ਹੋਸਟ ਸਰਦਾਰ ਸੁਖਵਿੰਦਰ ਸਿੰਘ ਚੜ੍ਹਦੀ ਕਲਾ ਸੇਵਾ ਟਰਸਟ ਦੇ ਚੈਨਲ ਤੋਂ ਅੱਜ ਆਪ ਜੀ ਨੂੰ ਇੱਕ ਖਾਸ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਹਾਂ, ਜੋ ਕਿ ਗੁਰਬਾਣੀ ਸੰਗੀਤ ਦੇ ਵਿੱਚ ਜਿਨ੍ਹਾਂ ਨੇ ਮਹਾਰਤ ਹਾਸਲ ਕੀਤੀ ਹੈ ਅਤੇ ਉਹ ਦਸਮੇਸ਼ ਗੁਰਮਤਿ ਵਿਦਿਆਲਾ ਬਾਲਾ ਸਾਹਿਬ ਵਿਖੇ ਬਤੌਰ ਸੰਗੀਤ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸੰਗਤ ਜੀਓ, ਆਪ ਜੀ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗਬੱਧ ਹੈ। 31 ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਤੇ ਵੱਖ-ਵੱਖ ਰਾਗੀਆਂ ਪਾਸੋਂ ਉਹਨਾਂ 31 ਰਾਗਾਂ ਦਾ ਕੀਰਤਨ ਅਸੀਂ ਸੁਣਦੇ ਹੈਗੇ ਹਾਂ। ਸੋ ਆਓ ਅੱਜ ਸਭ ਤੋਂ ਪਹਿਲਾਂ ਅਸੀਂ ਵੀਰ ਅਮਰਜੀਤ ਸਿੰਘ ਹੁਣਾਂ ਦੇ ਨਾਲ ਜਾਣ ਪਛਾਣ ਆਪ ਜੀ ਦੀ ਕਰਾਵਾਂਗੇ। ਸੋ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਵੀਰ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਸਵਾਲ ਹੈ ਕਿ ਆਪ ਜੀ ਦਾ ਨਾਂ ਅਮਰਜੀਤ ਸਿੰਘ ਜੀ ਤਰਾਨਾ, ਆਪ ਜੀ ਦੇ ਨਾਂ ਨਾਲ ਤਰਾਨਾ ਤਖੱਲਸ ਲੱਗਦਾ ਹੈ। ਸੋ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਇਹ ਤਰਾਨਾ ਦਾ ਜਿਹੜਾ ਹੈ ਉਹ ਕੀ ਮਤਲਬ ਹੁੰਦਾ ਹੈ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀਰ ਸੁਖਵਿੰਦਰ ਸਿੰਘ ਜੀ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਅੱਜ ਯਾਦ ਕੀਤਾ। ਜਿਹੜਾ ਮੇਰੇ ਨਾਮ ਦਾ ਤਖੱਲਸ ਹੈ, एक तराना गायकी है। एक वैसे तो कई तरीके की गायकी है, 150-200 प्रकार की गायकी है। तराना जिहड़ी गायकी है ਉਹਦੇ ਵਿੱਚ ਸੁਰ ਤਾਰ ਦਾ ਇੱਕ ਆਨੰਦ ਹੁੰਦਾ ਹੈ। ਉਹਦੇ ਵਿੱਚ ਕੋਈ ਅੱਖਰ, ਜਿਵੇਂ ਆਪਾਂ ਸੰਗੀਤ ਦੇ ਵਿੱਚ ਵਰਡਿੰਗ ਦਾ ਕੋਈ ਮਹੱਤਵ ਨਹੀਂ ਹੁੰਦਾ, ਔਰ ਸੁਰ ਤਾਲ ਦਾ ਇੱਕ ਆਨੰਦ ਬਣਦਾ ਹੈ। ਜਿਵੇਂ O dani dim ta nadir na nadir der dani ta dani dam ta na der na dim ta na O dani dim ta nadir na। ਇਸ ਤਰ੍ਹਾਂ ਕਰਕੇ ਇੱਕ ਗਾਇਕੀ ਹੁੰਦੀ ਹੈ। ਇਹ ਮੈਨੂੰ ਬੜੀ ਪਸੰਦ ਹੈ, ਇਸ ਕਰਕੇ ਮੈਂ ਨਾਮ ਦੇ ਅੱਗੇ ਇਹ ਤਖੱਲਸ ਲਾਇਆ ਜੀ। ਵਾਹ ਜੀ ਵਾਹ। ਸੋ ਆਪ ਜੀ ਦੇ ਜਿਹੜਾ ਹੈ ਉਹ ਗਾਇਕੀ ਆਪ ਜੀ ਨੂੰ ਬਚਪਨ ਤੋਂ ਪਸੰਦ ਹੈ, ਇਸੇ ਕਰਕੇ ਆਪ ਜੀ ਨੇ ਇਸ ਸੰਗੀਤ ਦੇ ਖੇਤਰ ਨੂੰ ਜਿਹੜਾ ਹੈ ਉਹ ਚੁਣਿਆ ਹੈ। ਸੋ ਵੀਰ ਜੀ, ਜਦੋਂ ਆਪ ਜੀ ਨੇ ਸੰਗੀਤ ਦੇ ਖੇਤਰ ਨੂੰ ਚੁਣਿਆ ਤੇ ਮੈਂ ਆਪ ਜੀ ਨੂੰ ਪੁੱਛਣਾ ਚਾਹਾਂਗਾ, ਇਸ ਸੰਗੀਤ ਦੇ ਖੇਤਰ ਵਿੱਚ ਆਪ ਜੀ ਨੂੰ ਲਗਭਗ ਕਿੰਨਾ ਸਮਾਂ ਆਪਣੀਆਂ ਸੇਵਾਵਾਂ ਦਿੰਦਿਆਂ ਹੋ ਗਿਆ ਜੀ? ਤਕਰੀਬਨ ਵੀਰ ਜੀ 20 ਕੁ ਸਾਲ ਮੈਨੂੰ ਕੀਰਤਨ ਕਰਦੇ ਹੋਏ ਔਰ ਕੀਰਤਨ ਸਿਖਾਉਂਦੇ ਹੋਏ ਔਰ ਕੀਰਤਨ ਦੀ ਸੇਵਾ ਕਰਦੇ ਹੋਏ ਤਕਰੀਬਨ 20 ਕੁ ਸਾਲ ਹੋ ਗਏ ਨੇ। ਔਰ ਜਦੋਂ ਮੈਂ ਛੋਟਾ ਹੁੰਦਾ ਸੀ, ਸਕੂਲ ਤੋਂ ਹੀ ਮੈਨੂੰ ਜੋ ਹੈ ਸਿੰਗਿੰਗ ਦਾ ਸ਼ੌਕ ਸੀ, ਔਰ ਫਿਰ ਗੁਰੂ ਸਾਹਿਬ ਨੇ ਗੁਰਮਤਿ ਸੰਗੀਤ ਦੀ ਦਾਤ ਬਖਸ਼ੀ ਔਰ ਮੈਂ ਇਹ ਦਾਤ ਲਈ ਔਰ ਕੀਰਤਨ ਦੀ ਸੇਵਾ ਤਕਰੀਬਨ 20 ਕੁ ਸਾਲ ਤੋਂ ਮੈਂ ਕਰ ਰਿਹਾ। ਸੋ 20 ਸਾਲ ਦਾ ਸਮਾਂ ਵੀਰ ਜੀ ਆਪਣੇ ਆਪ ਵਿੱਚ ਬਹੁਤ ਲੰਮੇਰਾ ਸਮਾਂ ਹੈ। ਤੇ ਆਪ ਜੀ ਨੇ ਜੋ ਸੰਗੀਤ ਦੀ ਮੁੱਢਲੀ ਵਿੱਦਿਆ ਹੈ, ਕਿਉਂਕਿ ਦੇਖੋ ਸੰਗੀਤ ਇੱਕ ਇਹੋ ਜਿਹਾ ਹੈ ਕਿ ਜਿਉਂ-ਜਿਉਂ ਅਸੀਂ ਸੰਗੀਤ ਦੀ ਪ੍ਰੈਕਟਿਸ ਕਰਾਂਗੇ ਤਿਉਂ-ਤਿਉਂ ਹੋਰ ਵੱਧਦਾ ਹੈਗਾ, ਪਰ ਮੁੱਢਲੀ ਵਿੱਦਿਆ ਜੋ ਸੰਗੀਤ ਦੀ ਹੈ ਉਹ ਆਪ ਜੀ ਨੇ ਕਿੱਥੋਂ ਪ੍ਰਾਪਤ ਕੀਤੀ ਹੈ? ਵੀਰ ਜੀ, ਗੁਰਮਤਿ ਸੰਗੀਤ ਦੀ ਜਿਹੜੀ ਮੇਰੀ ਸਿਖਲਾਈ ਹੈ ਉਹ ਮੇਰੇ ਪਰਮ ਉਸਤਾਦ ਗਿਆਨੀ ਪ੍ਰਿੰਸੀਪਲ ਦਿਆਲ ਸਿੰਘ ਜੀ ਰਕਾਬਗੰਜ ਸਾਹਿਬ ਵਾਲੇ, ਉਹਨਾਂ ਨੇ ਬਿਨਾਂ ਕਿਸੇ ਵਿਤਕਰੇ ਤੋਂ ਮੈਨੂੰ ਇਹ ਵਿੱਦਿਆ ਪ੍ਰਦਾਨ ਕੀਤੀ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਸੀਂ ਆਪਣੇ ਦਿਲ ਦੇ ਵਿੱਚ ਅੱਜ ਵੀ ਉਹਨਾਂ ਨੂੰ ਯਾਦ ਰੱਖਦੇ ਹਾਂ ਔਰ ਉਹਨਾਂ ਨੇ ਬਹੁਤ ਸੁਚੱਜੇ ਢੰਗ ਨਾਲ ਮੈਨੂੰ 5 ਸਾਲ ਜੋ ਹੈ ਗੁਰਮਤਿ ਸੰਗੀਤ ਦੀ ਸਿਖਲਾਈ ਦਿੱਤੀ। ਮੈਂ ਪ੍ਰਿੰਸੀਪਲ ਦਿਆਲ ਸਿੰਘ ਜੀ ਦੇ ਬਾਰੇ ਬਹੁਤ ਸੁਣਿਆ ਹੈਗਾ। ਉਹਨਾਂ ਨੇ ਜਿੱਥੇ ਗੁਰਬਾਣੀ ਸੰਗੀਤ ਦੇ ਵਿੱਚ ਬਹੁਤ ਸਾਰੇ ਵਿਦਿਆ ਨੂੰ
ਵਿਦਿਆਰਥੀਆਂ ਨੂੰ ਵਿਦਿਆ ਦਿੱਤੀ ਹੈ। ਉੱਥੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਬਾਖੂਬੀ ਕਮਾਲ ਢੰਗ ਨਾਲ ਕੀਤਾ। ਜਿਨ੍ਹਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਲੋਕ ਪ੍ਰਚਾਰ ਕਰਨ ਵਾਸਤੇ ਨਹੀਂ ਸੀ ਜਾਂਦੇ, ਉਹਨਾਂ ਇਲਾਕਿਆਂ ਵਿੱਚ ਗਿਆਨੀ ਜੀ ਪ੍ਰਚਾਰ ਕਰਨ ਵਾਸਤੇ ਜਾਂਦੇ ਸੀ। ਭਾਵੇਂ ਉਹ ਯੂਪੀ ਦੇ ਹਾਪੜ ਦੇ, ਮੇਰਠ ਦੇ ਇਲਾਕੇ ਦੀ ਗੱਲ ਹੋਵੇ, ਸਹਾਰਨਪੁਰ, ਦੇਹਰਾਦੂਨ ਦੇ ਇਲਾਕੇ ਦੀ ਗੱਲ ਹੋਵੇ। ਸੋ ਪ੍ਰਿੰਸੀਪਲ ਦਿਆਲ ਸਿੰਘ ਜੀ ਨੇ ਇਸ ਇਲਾਕੇ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਹੈ ਉਹ ਬਹੁਤ ਵੱਡਾ ਦਿੱਤਾ। ਬਹੁਤ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਨੇ ਵਿਦਿਆ ਜਿਹੜਾ ਹੈ ਉਹ ਦਿੱਤੀ ਹੈ। ਵੀਰ ਜੀ, ਦੂਜਾ ਸਵਾਲ ਮੇਰਾ ਆਪ ਜੀ ਨੂੰ ਇਹ ਹੈਗਾ ਕਿ ਆਪ ਜੀ ਜਦੋਂ ਵਿਦਿਆ ਪ੍ਰਾਪਤ ਕੀਤੀ ਹੈ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਦੇ ਵਿਦਿਆਲੇ ਤੋਂ, ਉਸ ਤੋਂ ਬਾਅਦ ਆਪ ਜੀ ਨੇ ਗੁਰਬਾਣੀ ਸੰਗੀਤ ਦੇ ਖੇਤਰ ਵਿੱਚ ਕੀ ਕਾਰਜ ਕੀਤਾ? ਕਿ ਆਪ ਜੀ ਬਤੌਰ ਰਾਗੀ ਸਿੰਘ ਸੇਵਾਵਾਂ ਕਰਦੇ ਰਹੇ ਜਾਂ ਫਿਰ ਕਿਤੇ ਇਸ ਵਿਦਿਆ ਨੂੰ ਅੱਗੇ ਚੱਲ ਕੇ ਸਿਖਾਉਣ ਦੀ ਵੀ ਸੇਵਾ ਕੀਤੀ ਹੈ? ਜੀ ਵੀਰ ਜੀ, ਗੁਰਮਤ ਵਿਦਿਆਲੇ ਤੋਂ ਕੀਰਤਨ ਸਿੱਖਣ ਤੋਂ ਬਾਅਦ ਮੇਰੀ ਜਿਹੜੀ ਸੰਗੀਤ ਦੀ ਚਾਹ ਸੀਗੀ ਉਹ ਹੋਰ ਸੀਗੀ। ਮੈਂ ਹੋਰ ਅੱਗੇ ਲਖਨਊ, ਕਾਨਪੁਰ ਕੀਰਤਨ ਦੀ ਸੇਵਾ ਕੀਤੀ, ਨਾਲੇ ਕੀਰਤਨ ਸਿੱਖਿਆ, ਨਾਲੇ ਕੀਰਤਨ ਕੀਤਾ ਸੰਗਤ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ। ਉਸ ਤੋਂ ਬਾਅਦ ਲੁਧਿਆਣੇ ਮੈਂ ਕੀਰਤਨ ਦੀ ਸੇਵਾ ਕੀਤੀ ਔਰ ਸਿਖਾਉਣ ਦੀ ਵੀ ਸੇਵਾ ਕੀਤੀ। ਉੱਥੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਮੇਰੇ ਕੋਲੋਂ ਇੱਕ ਰਚਨਾ ਕਰਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗਾਂ ਤੇ ਇੱਕ ਰਾਗ ਨਾਦ ਸ਼ਬਦ ਸੁਣੇ ਨਾਮਕ ਪੁस्तक मैं लिखी। वो इस तरह की मतलब पुस्तक है और काफी संगत ने मतलब इसका वो किता मतलब ਜਿਹੜਾ ਪ੍ਰਾਪਤ ਕੀਤਾ ਹੈ ਕਿ ਤੁਸੀਂ ਬਹੁਤ ਚੰਗਾ ਉਪਰਾਲਾ ਕੀਤਾ ਕਿ ਤੁਸੀਂ ਕੇਵਲ ਤੋਂ ਕੇਵਲ ਗੁਰਬਾਣੀ ਸੰਗੀਤ ਨੂੰ ਜਿਹੜਾ ਹੈ ਉਹ ਇਹ ਨਹੀਂ ਕਿ ਗੁਰਦੁਆਰਿਆਂ ਵਿੱਚ ਕੇਵਲ ਕੀਰਤਨ ਕਰਕੇ ਸੰਗਤ ਨੂੰ ਜੋੜਿਆ ਹੈਗਾ, ਅਸਲ ਵਿੱਚ ਸਿਖਾਇਆ ਵੀ ਹੈ। ਸੋ ਸਿਖਾਉਣਾ ਇਹ ਬਹੁਤ ਵੱਡੀ ਗੱਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਇੱਕ ਗੁਰਸਿੱਖ ਕੋ ਸ਼ਬਦ ਸਿਖਾਏਗਾ। ਆਪ ਜੀ ਨੇ ਮੇਰਾ ਖਿਆਲ ਹੈ ਕਿ ਕਾਫੀ ਲੰਮੇ ਸਮੇਂ ਤੋਂ ਗੁਰਬਾਣੀ ਸੰਗੀਤ ਦੇ ਵਿੱਚ ਸਿਖਾਉਣ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਗੁਰਮਤਿ ਮਿਸ਼ਨਰੀ ਕਾਲਜ ਲੁਧਿਆਣਾ ਦਾ ਆਪ ਜੀ ਨੇ ਜ਼ਿਕਰ ਕੀਤਾ ਹੈਗਾ ਜੀ, ਤੇ ਆਪ ਜੀ ਨੇ ਕਿਤਾਬਾਂ ਵੀ ਸੰਗੀਤ ਦੇ ਖੇਤਰ ਵਿੱਚ ਲਿਖੀਆਂ ਹੈਗੀਆਂ। ਸੋ ਵੀਰ ਜੀ, ਇਹ ਇੱਕੋ ਹੀ ਕਿਤਾਬ ਆਪ ਜੀ ਨੇ ਲਿਖੀ ਹੈ ਜਾਂ ਹੋਰ ਵੀ ਕੋਈ ਗੁਰਬਾਣੀ ਦੀ ਜਿਹੜੀ ਸੰਗੀਤ ਦੀ ਕਿਤਾਬ ਹੈ ਕੋਈ ਲਿਖੀ ਹੈ? ਜੀ, 2006 ਦੇ ਵਿੱਚ ਮੈਂ ਇਹ ਆਪਣਾ ਰਾਗਨਾਦ ਸ਼ਬਦ ਸੁਣੇ ਪੁਸਤਕ ਲਿਖੀ ਸੀ। ਉਸ ਤੋਂ ਬਾਅਦ ਇੱਕ 2007 ਦੇ ਵਿੱਚ ਗਾਓ ਮੇਰੀ ਰਸਨਾ ਆਸਾ ਕੀ ਵਾਰ ਤੇ ਇਹ ਪੁਸਤਕ ਲਿਖੀ। ਹੁਣ 2 ਪੁਸਤਕਾਂ ਹੋਰ ਨੇ ਜਿਹੜੇ ਮਤਲਬ ਪ੍ਰਿੰਟਿੰਗ ਹੋਣੀ ਹੈ ਉਹਨਾਂ ਦੀ, ਤੇ ਮੈਂ ਕੁਝ ਉਹਨਾਂ ਦੀ ਤਿਆਰੀ ਵੀ ਕਰ ਰਿਹਾ। ਇੱਕ ਮਿਸਰਤ ਦੁਨਾ ਦੀ ਪੁਸਤਕ ਹੈ, ਜਿਵੇਂ ਅੱਜ ਕੱਲ ਕਹਿੰਦੇ ਨੇ ਵੀ ਲਾਈਟ ਕੀਰਤਨ ਦੀ ਇੱਕ ਪੁਸਤਕ ਹੈ, ਔਰ ਇੱਕ ਹੈ ਕਲਾਸੀਕਲ ਦੀ ਪੁਸਤਕ। ਉਹਦੇ ਵਿੱਚ ਪ੍ਰਚਲਿਤ ਰਾਗਾਂ ਦੇ ਵਿੱਚ ਸ਼ਬਦ ਰੀਤਾਂ ਨੂੰ ਲਿਪੀਬੱਧ ਕੀਤਾ ਗਿਆ ਹੈ ਔਰ ਕੁਝ ਸਮੇਂ ਦੇ ਵਿੱਚ ਉਹ ਸੰਗਤ ਦੇ ਸਾਹਮਣੇ ਆ ਜਾਣਗੀਆਂ। ਉਹਨਾਂ ਦੀ ਤਿਆਰੀ ਚੱਲ ਰਹੀ ਹੈ ਜੀ। ਬਹੁਤ ਸੋਹਣਾ, ਬਹੁਤ ਵਧੀਆ ਉਪਰਾਲਾ ਹੈ ਕਿ ਆਪ ਜੀ ਨੇ ਸਿੱਖ ਕੌਮ ਨੂੰ ਇਹ ਬਹੁਤ ਵੱਡੀ ਦੇਣ ਦਿੱਤੀ ਹੈ। ਕੇਵਲ ਹੁਣ ਆਪ ਜੀ ਸਿਖਾਉਣ ਤੱਕ ਸੀਮਿਤ ਨਹੀਂ ਰਹੇ, ਗੁਰਬਾਣੀ ਸੰਗੀਤ ਦੀਆਂ ਕਿਤਾਬਾਂ ਲਿਖ ਕੇ ਘਰ ਬੈਠਿਆਂ ਵੀ ਕੋਈ ਆਪ ਜੀ ਦੀਆਂ ਕਿਤਾਬਾਂ ਤੋਂ ਨੋਟੀਸ਼ਨ ਤਿਆਰ ਕਰ ਸਕਦਾ ਹੈ ਤੇ ਉਹ ਗੁਰਬਾਣੀ ਸੰਗੀਤ ਜਿਹੜਾ ਹੈ ਉਹ ਸਿੱਖ ਸਕਦਾ ਹੈ। ਸੋ ਆਸਾ ਕੀ ਬਾਤ ਆਪ ਜੀ ਨੇ ਜ਼ਿਕਰ ਕੀਤਾ ਹੈ। ਵੀਰ ਜੀ, ਮੈਨੂੰ ਸੰਗੀਤ ਬਾਰੇ ਗਿਆਨ ਨਹੀਂ ਹੈਗਾ, ਮੈਂ ਇੱਕ ਛੋਟਾ ਜਿਹਾ ਸਵਾਲ ਆਪ ਜੀ ਨਾਲ ਕਰਨਾ ਚਾਹੁੰਦਾ ਕਿ ਆਸਾ ਕੀ ਵਾਰ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਗਾਇਨ ਕੀਤੀ ਹੈ, ਇਹ ਆਸਾ ਨੂੰ ਨਿਰਧਾਰਿਤ ਰਾਗ ਵਿੱਚ ਹੀ ਗਾਇਨ ਕੀਤਾ ਜਾਂਦਾ ਹੈ, ਐਸਾ ਰਾਗ ਵਿੱਚ, ਜਾਂ ਕਿਸੇ ਹੋਰ ਰਾਗ ਨਾਲ ਵੀ ਮਿਸ਼ਰਿਤ ਕਰਕੇ ਗਾਇਨ ਕੀਤਾ ਜਾਂਦਾ ਹੈ? ਗੁਰੂ ਪਾਤਸ਼ਾਹ ਜੀ ਨੇ ਵੀਰ ਜੀ ਆਸਾ ਕੀ ਵਾਰ ਨੂੰ ਆਸਾ ਰਾਗ ਦੇ ਵਿੱਚ ਹੀ ਲਿਖਿਆ ਹੈ, ਪਰ ਸੰਗੀਤਕ ਜੋ ਵਿਦਵਾਨ ਕਲਾਕਾਰ ਨੇ ਉਹ ਮੋਰਨਿੰਗ ਦੇ ਰਾਗ ਜਿਵੇਂ ਆਸਾ, ਭੈਰੋ, ਅਹੀਰ ਭੈਰੋ, ਭੈਰਵੀ,
ਔਰ ਗੁਣਕਰੀ, ਬੈਰਾਗੀ ਵਗੈਰਾ ਵਗੈਰਾ ਰਾਗਾਂ ਦੇ ਵਿੱਚ ਆਸਾ ਦੀ ਵਾਰ ਨੂੰ ਗਾਇਨ ਕਰਦੇ ਹਨ। ਸੋ ਇੱਕ ਹੋਰ ਆਨੰਦ ਆ ਜਾਂਦਾ ਹੈ ਰਾਗਾਂ ਦੇ ਵਿੱਚ ਆਸਾ ਦੀ ਵਾਰ ਨੂੰ ਗਾਇਨ ਕਰਨ ਨਾਲ। ਗੁਰੂ ਸਾਹਿਬ ਨੇ ਵੈਸੇ ਆਸਾ ਰਾਗ ਦੇ ਵਿੱਚ ਇਸ ਨੂੰ ਲਿਖਿਆ ਹੈ, ਪਰ ਤਕਰੀਬਨ ਸਾਡੇ ਰਾਗੀ, ਰਬਾਬੀ ਔਰ ਵਿਦਵਾਨ ਕਲਾਕਾਰ ਜੋ ਹੈ ਤਕਰੀਬਨ 5-6 ਰਾਗਾਂ ਦੇ ਵਿੱਚ ਆਸਾ ਦੀ ਵਾਰ ਨੂੰ ਗਾਇਨ ਕਰਦੇ ਹਨ। ਸੋ ਬਹੁਤ ਵਧੀਆ, ਬਿਲਕੁਲ ਠੀਕ ਹੈ ਜੀ ਕਿ ਇਹ ਪਹਿਲੀ ਵਾਰ ਪਤਾ ਲੱਗਿਆ ਕਿ ਆਸਾ ਕੀ ਵਾਰ ਨੂੰ ਜਿਹੜਾ ਹੋਰ ਰਾਗਾਂ ਵਿੱਚ ਵੀ ਗਾਇਨ ਕੀਤਾ ਜਾ ਸਕਦਾ ਹੈ। ਜਿਵੇਂ ਤੁਸੀਂ ਦੱਸਿਆ ਕਿ ਰਾਗੀ 5-6 ਰਾਗਾਂ ਵਿੱਚ ਆਸਾ ਕੀ ਵਾਰ ਨੂੰ ਗਾਇਨ ਕਰਦੇ ਨੇ। ਵੀਰ ਜੀ, ਅੱਜ ਅਸੀਂ ਬੈਠੇ ਹਾਂ ਜੁਲਾਈ ਮਹੀਨੇ ਦੇ ਵਿੱਚ, ਤੇ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਆਪਾਂ ਕਹਿ ਲਈਏ ਸਾਵਣ ਮਹੀਨੇ 'ਚ ਬੈਠੇ ਹਾਂ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਾਂ ਗੁਰਬਾਣੀ ਸੰਗੀਤ ਪੱਧਤੀ ਦੇ ਵਿੱਚ ਕੋਈ ਸਾਵਣ ਮਹੀਨੇ ਦੇ ਨਾਲ ਸੰਬੰਧਿਤ ਵੀ ਕੋਈ ਰਾਗ ਹੈਗਾ ਜੋ ਕਿ ਇਸ ਸਮੇਂ ਗਾਇਨ ਕੀਤਾ ਜਾਂਦਾ? ਜੇ ਹੈ ਤਾਂ ਉਹਦੀਆਂ ਥੋੜੀ ਜਿਹੀਆਂ ਸੁਰਾਂ ਸਾਡੀ ਦਰਸ਼ਕਾਂ ਨੂੰ ਤੁਸੀਂ ਸੁਣਾ ਸਕਦੇ? ਹਾਂਜੀ। ਜਿਹੜਾ ਸਾਵਣ ਦਾ ਮਹੀਨਾ ਹੈ ਇਹਦੇ ਵਿੱਚ ਰਾਗ ਮਲਾਰ ਦਾ ਗਾਇਨ ਕੀਤਾ ਜਾਂਦਾ ਹੈ। ਔਰ ਵੀਰ ਜੀ, ਰਾਗ ਜਿਹੜਾ ਮਲਾਰ ਹੈ ਉਹਦੇ ਬਹੁਤ ਸਾਰੇ ਪ੍ਰਕਾਰ ਨੇ ਜੀ, ਪਰ ਸਾਡੇ ਰਾਗੀ ਰਬਾਬੀ ਤਕਰੀਬਨ ਮੀਆਂ ਮਲਾਰ ਨੂੰ ਜ਼ਿਆਦਾ ਗਾਇਨ ਕਰਦੇ ਹਨ ਜੀ। ਸੋ ਮੀਆਂ ਮਲਾਰ ਦੇ ਥੋੜਾ ਜਿਹਾ ਮੈਂ ਸੁਰ ਆਪ ਜੀ ਨੂੰ ਜੀ ਜੀ। ਸਰੇ ਪਾ ਗਾ ਗਾ ਮਾਰੇ ਨੀ ਦਾ ਨੀ ਸਾ, हे गोविंद हे गोपाल हे दयाल लाल, हे गोविंद हे गोपाल हे दयाल लाल, प्राणनाथ अनाथ सखे दीन दर्द निवार, हे गोविंद हे गोपाल हे दयाल लाल। ये गुरु अर्जन देव जी का शब्द है, मलार महला पंजवा। सो ये मियां मलार की एक धुन है और एक गोंड मलार है। इस तरह बहुत सारे हैं। सा रे गा रे मा गा मा रे पा दा सा सा दा नी पा मा गा मा रे सा, मलार शीतल राग है, मलार शीतल राग है, हर जाय शांत होए, मलार शीतल राग है। ये गोंड मलार का एक प्रकार है। सो बहुत मिठे मिठे राग ने। वाह जी वाह, तराना जी तुसी कमाल कर दिता है कि साडे इस स्टूडियो विच बैठ के आज मल्हार राग जो आप जी ने गायन किया है, गोंड मल्हार, कमाल कर दिता है। सो वीर जी, अखीरला सवाल, क्योंकि हुण समा साडे कोल समाप्त होण जा रहा है, ते मेरा अखीरला सवाल है कि कोविड ने हालात जिहड़े ने वो देश दे विगाड़ दिते ने। स्कूल कॉलेज जिहड़ा है बंद पे, जिथे आप भी सिखांदे हो वो भी स्कूल है बंद पे है। सो अजकल आप जी अपनियां सेवावां ऑनलाइन दे रहे हो जां किवें जिहड़ा तुसी इस संगीत नूं सिखा रहे हो? ऑनलाइन जे कोई तुहाडे तक पहुंच करे तो तुसी सिखा सकते हो किवें? ये मैसेज जिहड़ा संगत नूं आप ही दे दो। हाँ जी जी वीर जी, असल विच मैं तकरीबन 15-20 साल तो कीर्तन सिखा रहा और कुछ लोग ऑनलाइन भी जुड़े ने मेरे को, जिवें लुधियाना तो, गुजरात तो और दिल्ली तो भी काफी ने। और इस वेले मैं दिल्ली मतलब सेवा कर रहा और लोग ऑनलाइन भी सीखते ने, लाइव भी सीखते ने। हुण थोड़ा कोविड जो है घट गया ते लाइव क्लासां भी हो जांदियां ने ते ऑनलाइन भी सीख सकते ने और लाइव भी मतलब चलता। ठीक है तराना जी। सो मैं अपने दर्शकों नूं बेनती करांगा
ਕਿ ਅੱਜ ਅਸੀਂ ਸਰਦਾਰ ਅਮਰਜੀਤ ਸਿੰਘ ਜੀ ਤਰਾਨਾ ਜੀ ਨਾਲ ਜੁੜ ਬੈਠੇ ਸਾਂ। ਸੋ ਗੱਲਾਂ ਵਿੱਚ ਅਸੀਂ ਉਹਨਾਂ ਕੋਲੋਂ ਪੁੱਛ ਲਿਆ ਹੈ ਕਿ ਆਪ ਜੀ ਨੂੰ ਘਰ ਬੈਠਿਆਂ ਵੀ ਉਹ ਆਨਲਾਈਨ ਗੁਰਮਤ ਸੰਗੀਤ ਜਿਹੜਾ ਉਹ ਸਿਖਾ ਸਕਦੇ ਨੇ। ਸੰਗੀਤ ਦੇ ਖੇਤਰ ਵਿੱਚ ਬਹੁਤ ਸਾਰੇ ਸਵਾਲ ਹਜੇ ਸਾਡੇ ਮਨ ਵਿੱਚ ਨੇ ਤੇ ਇਸੇ ਤਰ੍ਹਾਂ ਅਸੀਂ ਸਰਦਾਰ ਅਮਰਜੀਤ ਸਿੰਘ ਜੀ ਤਰਾਨਾ ਜੀ ਨਾਲ ਜੁੜੇ ਰਵਾਂਗੇ। ਫਿਰ ਅਸੀਂ ਅੱਗੇ 31 ਰਾਗਾਂ ਦੇ ਉੱਤੇ ਵੀ ਚਰਚਾ ਕਰਾਂਗੇ ਔਰ ਰਾਗਾਂ ਦਾ ਇੱਕ ਗੁਲਦਸਤਾ ਹੁੰਦਾ ਹੈ ਉਹਦੇ ਉੱਤੇ ਵੀ ਚਰਚਾ ਕਰਾਂਗੇ। ਪੜਤਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗਾਇਨ ਕੀਤੀਆਂ ਹੋਈਆਂ ਨੇ, ਕਿੰਨੀਆਂ ਪੜਤਾਲਾਂ ਨੇ, ਪੜਤਾਲ ਕੀ ਹੁੰਦੀ ਹੈ, ਇਸ ਬਾਰੇ ਵੀ ਚਰਚਾ ਕਰਾਂਗੇ। ਸੋ ਬਹੁਤ ਸਾਰੇ ਮਨ ਵਿੱਚ ਸਵਾਲ ਨੇ। ਇਹ ਅਸੀਂ ਅਗਲੇ ਕਿਸੇ ਦਿਨ ਫਿਰ ਜੁੜ ਬੈਠਾਂਗੇ ਤੇ ਆਪ ਜੀ ਨੂੰ ਰੂਬਰੂ ਕਰਾਵਾਂਗੇ ਇੱਕ ਹੋਰ ਖਾਸ ਸ਼ਖਸੀਅਤ ਨਾਲ, ਜਾਂ ਅਮਰਜੀਤ ਸਿੰਘ ਜੀ ਤਰਾਨਾ ਜੀ ਦੇ ਨਾਲ ਹੀ ਇਹ ਸਵਾਲ ਲੈ ਕੇ ਹਾਜ਼ਰ ਹੋਵਾਂਗੇ। ਅੱਜ ਵਾਸਤੇ ਭੁੱਲਾਂ ਨਹੀਂ ਖਿਮਾ ਜੀ। ਸਾਰਿਆਂ ਦਾ ਧੰਨਵਾਦ ਔਰ ਖਾਸ ਧੰਨਵਾਦ ਅੱਜ ਦੇ ਮੁੱਖ ਮਹਿਮਾਨ ਸਰਦਾਰ ਅਮਰਜੀਤ ਸਿੰਘ ਜੀ ਤਰਾਨਾ ਜੀ ਦਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।